Our next speaker is going to be Professor Gurvinder Singh Dhaliwal, and his presentation is about the Sikh doctrinal influence on Ghadar newspapers. Professor Dhaliwal is currently pursuing his PhD in Canadian Punjabi media at the Punjabi University in Patiala. He was a professor at the DAV College in Jalandhar, and he also spent 12 years in various Punjabi media in Canada. Currently, he's a columnist with Daily Ajit Jalandhar, and the column is titled Canada the Diary. Professor Dhaliwal. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਬਕਾਇਦਾ ਇਹ ਅੱਜ ਦਾ ਜਿਹੜਾ ਵਿਚਾਰ ਹੈ ਸਾਂਝਾ ਕੀਤਾ ਜਾਏ ਖਿਮਾ ਮੰਗਦਾ, ਕਿਉਂਕਿ ਸਿਹਤ ਨਾਸਾਜ਼ ਹੋਣ ਦੇ ਕਾਰਨ ਸ਼ਾਇਦ ਕਿਤੇ ਨਾ ਕਿਤੇ ਕੋਈ ਘਾਟ ਰਹਿ ਜਾਏ, ਪਰ ਦਾਤ ਦੇਣੀ ਬਣਦੀ ਹੈ। ਕੈਨੇਡੀਅਨ ਸਿੱਖ ਸਟੱਡੀ ਟੀਚਿੰਗ ਸੁਸਾਇਟੀ, ਸੈਕਰਾਮੈਂਟੋ, ਫੈਡਰੇਸ਼ਨ ਆਫ ਸਿੱਖਸ ਕੈਨੇਡਾ, ਉਹਨਾਂ ਸਾਰਿਆਂ ਲਈ ਜਿਨ੍ਹਾਂ ਨੇ ਉਦਮ ਕੀਤਾ, ਤਾੜੀਆਂ ਨਾਲ ਜ਼ੋਰਦਾਰ ਉਹਨਾਂ ਨੂੰ ਪਿਆਰ ਸਤਿਕਾਰ ਦੇਈਏ। ਦਰਅਸਲ ਬਹੁਤ ਸੁਲਝੇ ਵਿਦਵਾਨਾਂ ਨੇ ਵੱਖ-ਵੱਖ ਨੁਕਤੇ ਨਿਗਾਹ ਤੋਂ ਗਦਰ ਲਹਿਰ ਦੀ ਅਹਿਮੀਅਤ ਬਾਰੇ ਗੱਲ ਕੀਤੀ ਹੈ। ਮੀਡੀਆ ਜਿਹੜਾ ਉਸ ਵੇਲੇ ਗਦਰ ਮੀਡੀਆ ਸੀ, ਉਹ ਕਿਵੇਂ ਸਿੱਖ ਸਿਧਾਂਤਾਂ ਤੋਂ ਪ੍ਰਭਾਵਿਤ ਸੀ, ਇਸ ਨੂੰ ਜਾਣਨ ਤੋਂ ਪਹਿਲਾਂ ਉਹਨਾਂ ਸਿੱਖ ਸਿਧਾਂਤਾਂ ਨੂੰ ਜਾਣਨਾ ਜ਼ਰੂਰੀ ਹੈ ਜਿਨ੍ਹਾਂ ਦਾ ਅਸਰ ਉਸ ਮੀਡੀਆ ਤੇ ਸੀ। ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਇਹ ਬੇਰਕਸੀ ਜੀਓ ਸਰੀਰੋ ਲੈ। ਗੁਲਾਮੀ ਕਦੇ ਵੀ ਜਿਹੜਾ ਹੈ ਉਹ ਸਿੱਖ ਬਰਦਾਸ਼ਤ ਨਹੀਂ ਕਰਦਾ। ਇਸੇ ਤਰ੍ਹਾਂ जो तो प्रेम खेलन का चाहो सिर धर तली गली मेरी आओ, इत मार्ग पैर तरीजै सिर दीजै कान न कीजै। सच सब ना होए दारू पाप कटे धोए। गुरबाणी दीआं इन्हां सतरां दे विचों जिथे स्नेहा उत्थे नालों नाल जीवन जाच जिहड़ी उन्हां लोकां दी सी किवें सी, अते उन्हां ने उस नूं गदर दे राहीं या उस वेले समकाली अखबारों के राही किवें पेश किया। थोड़ा जिहा पिछोकड़ वाल जाण की जरूरत है कि ये जो 1849 दे विच जो पंजाब दे विच अंग्रेज़ां दा कब्जा होया ते खालसा राज खत्म होया, असल दे विच सॉवरेंटी जिहड़ी है मुकम्मल तौर ते उस वेले चैलेंज हुई। कि जेकर लड़ाई में देखा जाए तो वह महज आम एक युद्ध नहीं सी। आज़ादी दी कायमे दे लई जेकर सब तो पहली कोई वाजिब किस्म की लड़ाई गिनी जा सकती है तो वह 1849 दी सी। पर उस दे विच दुखांत ये रहा कि एक पासे जिथे महाराजा रणजीत सिंह उसदियां फौजां सन, दूसरे पासे पंजाब दे ही मौका प्रस्त राजे ਜਾਂ ਫਿਰ ਪਹਾੜੀਏ ਜਿਹੜੇ ਸਾਰੇ ਮਿਲ ਕੇ ਅੰਗਰੇਜ਼ਾਂ ਦੀ ਕਮਾਂਡ ਹੇਠ ਲੜੇ ਅਤੇ ਪੰਜਾਬ ਨੂੰ ਗੁਲਾਮ ਬਣਾਇਆ ਅਤੇ ਇਸ ਆਜ਼ਾਦੀ ਦੀ ਲੜਾਈ ਦੇ ਵਿੱਚ ਸ਼ਿਕਸਤ ਹੋਈ। 1857 ਦੇ ਵਿਦਰੋਹ ਨੂੰ ਜਿਸ ਤਰੀਕੇ ਨਾਲ ਹੁਣ ਤੱਕ ਪੇਸ਼ ਕੀਤਾ ਗਿਆ, ਉਸ ਦੇ ਦੋ ਪਹਿਲੂ ਨੇ। ਗਦਰ ਦੀ ਗੱਲ ਕਰਨ ਦੇ ਲਈ ਉਹ ਗਦਰ ਦੀ ਲੜਾਈ ਦੇ ਬਾਰੇ ਗੱਲ ਕਰਨੀ ਬੜੀ ਜ਼ਰੂਰੀ ਹੈ। मेरा वतन दे विच भगत सिंह विलगा होरां ने बड़ा खूबसूरत लिखिया कि बहुत सारे यूपी दे ऐसे एरिए सन जिन्हां दे विच उत्थे कुछ सिख परिवार ही वसदे सन, पर जदों उन्हां नूं पता लग्या कि आज़ादी दे वास्ते लड़ाई लड़ी जा रही है तो उन्हां ने उत्थे जाके अपनी आवाज़ ही अंग्रेज़ां खिलाफ बुलंद नहीं की, बल्कि पनाह भी दिती। उस वेले दे जिहड़े गदरियां नूं सहयोग दिता। नतीजा ये होया कि उत्थों दे पिंडां दे विच सिख परिवारां नूं जिउंदियां जिवें दरख्तां नाल टंग के शहीद किया गया। वो इतिहासक हवाला बिलगा साहब दिंदे ने। फिर भी
ਇੱਕ ਗੱਲ ਜ਼ਰੂਰ ਸੀ ਕਿ ਜਦੋਂ 1849 ਦੇ ਵਿੱਚ ਜਿਸ ਲੜਾਈ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਉਸ ਦੀ ਵਿਰੋਧਤਾ ਕੀਤੀ ਸੀ, ਇਹ ਇੱਕ ਭਾਵਨਾ ਜ਼ਰੂਰ ਰਹੀ ਕਿ ਇਹਨਾਂ ਦੀ ਲੜਾਈ ਨੂੰ ਅਸੀਂ ਆਪਣੀ ਲੜਾਈ ਨਹੀਂ ਮੰਨਦੇ। ਪੰਜਾਬ ਦੇ ਵਿੱਚ ਇਹ ਭਾਵਨਾ ਵੇਖੀ ਗਈ। ਨਤੀਜਾ ਇਹ ਹੋਇਆ ਕਿ ਜਿਹੜੀ ਲੜਾਈ 1857 ਦੇ ਵਿਦਰੋਹ ਦੀ ਸੀ, ਉਸ ਦੇ ਵਿੱਚ ਮੁੜ ਕੇ ਹਾਰ ਹੋਈ। ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਆਉਣ ਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਰਾਵਾਂ, ਕੈਨੇਡਾ ਦੇ ਬਾਰੇ ਗੋਲਡਨ ਦਾ ਇਤਿਹਾਸ ਲਿਖਿਆ ਗਿਆ। ਹੋਰ ਬਹੁਤ ਸਾਰੇ ਪ੍ਰਮਾਣ ਮਿਲਦੇ ਨੇ ਕਿ ਕਿਸ ਤਰ੍ਹਾਂ ਵਿਦੇਸ਼ਾਂ 'ਚ ਇਹ ਆਏ, ਇੱਥੇ ਆ ਕੇ ਸਟਰਗਲ ਸ਼ੁਰੂ ਕੀਤੀ। ਆਉਣ ਦਾ ਕਾਰਨ ਤਾਂ ਇਹੀ ਸੀ ਕਿ ਜਿਸ ਤਰੀਕੇ ਦੇ ਨਾਲ ਉਸ ਵੇਲੇ ਚੁਣੌਤੀਆਂ ਸਨ, ਪੰਜਾਬ ਦੇ ਮਸਲੇ, ਆਰਥਿਕਤਾ, ਹੋਰ ਮੁੱਦੇ, ਪਰ ਸਭ ਤੋਂ ਵੱਡੀ ਗੱਲ ਕਿ ਆਜ਼ਾਦ ਫਿਜ਼ਾ ਦੀ ਸੋਚ। ਗੋਲਡਨ ਦੇ ਬਾਰੇ, ਹਵਾਲਿਆਂ ਦੇ ਬਾਰੇ ਟੂਕ ਮਾਤਰ ਇੰਨਾ ਹੀ ਕਹਿਣਾ ਬਣਦਾ ਹੈ ਕਿ ਉਹਨਾਂ ਨੂੰ ਵੀ ਪੁਨਰ ਵਿਚਾਰਨ ਦੀ ਲੋੜ ਹੈ, ਕਿਉਂਕਿ 1880 ਦੇ ਵਿੱਚ ਕਿਹਾ ਜਾਂਦਾ ਹੈ ਕਿ ਉੱਥੇ ਪਹਿਲਾ ਗੁਰਦੁਆਰਾ ਸਥਾਪਿਤ ਹੋਇਆ। ਪੁਨੀ ਸਾਹਿਬ ਬੈਠੇ ਨੇ, ਇਤਿਹਾਸਕਾਰ, ਖੋਜੀ ਨੇ। ਰੇ ਹੁੰਦਲ ਦੀ ਇੱਕ ਜਿਹੜੀ ਬਕਾਇਦਾ ਲਿਖਤ ਹੈ, ਉਸ ਨੂੰ ਆਧਾਰ ਬਣਾ ਕੇ ਇਹ ਕਿਹਾ ਜਾਂਦਾ ਹੈ ਜਦੋਂ 1906 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਸਥਾਪਿਤ ਹੋਈ। 1907 ਜਿਵੇਂ ਜਗਜੀਤ ਸਿੰਘ ਗੁਰੀ ਲਿਖਦੇ ਨੇ, ਜਿਵੇਂ 1907 ਗਦਰ ਦੀ, ਇਹ ਅੱਜ ਦੇ ਇਸ ਟੌਪਿਕ ਦੀ ਸ਼ੁਰੂਆਤ ਵੀ 1907 ਤੋਂ ਕੀਤੀ ਗਈ ਹੈ। ਜੇ ਗੁਰਦੁਆਰਾ ਪਹਿਲਾਂ ਕੈਨੇਡਾ ਦੇ ਵਿੱਚ ਗੋਲਡਨ ਦੇ ਵਿੱਚ ਸੀ, ਤਾਂ ਸੈਕਿੰਡ ਐਵੀਨਿਊ ਵਾਲਾ ਗੁਰਦੁਆਰਾ ਪਹਿਲਾ ਗੁਰਦੁਆਰਾ ਕਿਵੇਂ ਹੋ ਗਿਆ? ਇਹ ਜ਼ਰੂਰ ਵਿਚਾਰਿਓ। ਜੇ ਇਹ ਪਹਿਲਾ ਗੁਰਦੁਆਰਾ, ਤਾਂ ਇਹਦਾ ਮਤਲਬ ਇਹ ਹੈ ਕਿ ਉਸ ਇਤਿਹਾਸ ਨੂੰ ਵਿਚਾਰਿਆ ਜਾਏ। ਅਸੀਂ ਇੱਕ ਪਾਸੇ ਕਹਿੰਦੇ ਹਾਂ ਕਿ ਇਹ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਪਹਿਲਾ ਗੁਰਦੁਆਰਾ, ਜਿਹੜਾ ਆਜ਼ਾਦੀ ਦੀ ਲੜਾਈ ਦਾ ਵੀ ਕੇਂਦਰ ਬਿੰਦੂ ਰਿਹਾ, ਸੋ ਇਹ ਵਿਚਾਰਨ ਵਾਲੀ ਗੱਲ ਹੈ। ਖੈਰ, ਇਤਿਹਾਸਕ ਦਸਤਾਵੇਜ਼ ਇਹ ਪੇਸ਼ ਕਰਦੇ ਨੇ ਕਿ 1904 ਦੇ ਵਿੱਚ ਜਿਵੇਂ ਪਰਿਵਾਰ ਆਏ, ਅਰਜਨ ਸਿੰਘ ਚੰਦਨਮਾ, ਉਹਨਾਂ ਪਰਿਵਾਰਾਂ ਦੇ ਬਾਰੇ ਵੇਰਵੇ ਦਿੰਦੇ ਨੇ। ਡਾਕਟਰ ਪੂਰਨ ਸਿੰਘ ਹੋਰਾਂ ਨੇ ਉਹਨਾਂ ਦੇ ਬਾਰੇ ਕਿਤਾਬ ਜਿਹੜੀ ਹੈ ਸੰਪਾਦਿਤ ਕੀਤੀ ਹੈ, ਉਹਨਾਂ ਦੀ ਡਾਇਰੀ, ਉਸ ਦੇ ਵਿੱਚ ਬਹੁਤ ਵੇਰਵੇ ਮਿਲਦੇ ਨੇ। ਇਸ ਤੋਂ ਅੱਗੇ ਗੱਲ ਸ਼ੁਰੂ ਹੁੰਦੀ ਹੈ ਕਿ ਇਹ ਜਿਹੜੀ ਗਦਰ ਲਹਿਰ ਦਾ ਬੀਜ, ਜਿਸ ਤਰ੍ਹਾਂ ਰਾਹੀ ਸਾਹਿਬ ਦਾ ਜ਼ਿਕਰ ਹੈ ਕਿ ਇਹ ਕੈਨੇਡਾ ਦੇ ਵਿੱਚ ਜਿਹੜਾ ਹੈ ਇਸ ਨੂੰ ਬੀਜਿਆ ਗਿਆ, ਜਾਂ ਇਉਂ ਕਹਿ ਲਓ ਇੱਥੇ ਬੀਜ ਤਿਆਰ ਹੋਇਆ ਤੇ ਅਮਰੀਕਾ ਦੇ ਵਿੱਚ ਇਹ ਜਿਹੜਾ ਫੁੱਟਿਆ। ਜਿਸ ਤਰ੍ਹਾਂ ਵੀ ਇਹ ਸ਼ਾਬਦਿਕ ਗੱਲ ਹੈ, ਇਸ ਦੀ ਇੱਕ ਬੜੀ ਖੂਬਸੂਰਤ ਉਦਾਹਰਨ ਹੈ ਕਿ ਜਦੋਂ ਸਾਂਝ, ਜਿਸ ਤਰ੍ਹਾਂ ਕੈਨੇਡਾ ਤੇ ਅਮਰੀਕਾ ਦੀ ਉਸ ਵੇਲੇ ਜਿਵੇਂ ਸੀ, ਇਹ ਇਤਿਹਾਸਕ ਹਵਾਲੇ ਦੱਸਦੇ ਨੇ ਕਿ ਆਉਣ ਜਾਣ ਜਿਵੇਂ ਸੀ ਖੁੱਲ੍ਹੇ ਤੌਰ 'ਤੇ, ਜਾਂ ਜੋ ਗੱਲਾਂ ਸਨ। ਪਹਿਲਗਾਮ ਦੇ ਇੰਸੀਡੈਂਟ 1907 ਦੇ ਬਾਰੇ ਵੀ ਹਵਾਲੇ ਕਾਫੀ ਦਿੱਤੇ ਗਏ ਨੇ ਪਰਚੇ ਦੇ ਵਿੱਚ, ਇੱਥੇ ਜਿਹੜਾ ਪੇਸ਼ ਕੀਤਾ ਗਿਆ। ਪਰ ਮੈਂ ਇੱਕ ਗੱਲ ਅੱਜ ਕਹਿਣੀ ਚਾਹੁੰਦਾ ਕਿ ਉਸ ਵੇਲੇ ਜਦੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਵਸਦੇ ਲੋਕਾਂ ਨੂੰ ਕੁੱਟ ਕੇ, ਜ਼ਲੀਲ ਕਰਕੇ, ਧੱਕੇ ਦੇ ਕੇ ਕੱਢਿਆ ਗਿਆ, ਜੋ ਉਹਨਾਂ ਦਾ ਹਸ਼ਰ ਹੋਇਆ, ਕਿਸੇ ਇਤਿਹਾਸ ਨੇ ਉਸ ਨੂੰ ਥਾਂ ਦਿੱਤੀ ਹੈ? ਅਸੀਂ ਉਸ ਦੀ ਥਾਂ ਮੰਗੀ ਹੈ? ਦੱਖਣੀ ਅਫਰੀਕਾ ਦੇ ਵਿੱਚ ਇੱਕ ਘਟਨਾ ਵਾਪਰੀ ਜਾਂ ਨਹੀਂ ਵਾਪਰੀ, ਇਹ ਵੱਖਰਾ ਵਿਸ਼ਾ। ਇੱਕ ਟ੍ਰੇਨ ਦੇ ਵਿੱਚੋਂ ਕਿਸੇ ਬੰਦੇ ਨੂੰ ਉਤਾਰ ਕੇ ਉਸ ਨੂੰ ਜ਼ਲੀਲ ਕੀਤਾ ਜਾਂਦਾ ਹੈ ਜਾਂ ਨਹੀਂ। ਉਸ ਘਟਨਾ ਨੂੰ ਅਸੀਂ ਇੱਕ ਨਸਲਵਾਦੀ ਤੇ ਭਾਰਤੀਆਂ ਨਾਲ ਵਾਪਰੀ ਸਭ ਤੋਂ ਵੱਡੀ ਘਟਨਾ ਬਣਾ ਕੇ ਇਉਂ ਪੇਸ਼ ਕਰ ਦਿੱਤਾ ਕਿ ਦੁਨੀਆ 'ਚ ਉਹਦੇ ਬਰਾਬਰ ਕੋਈ ਘਟਨਾ ਨਹੀਂ। ਅੱਜ 100 ਸਾਲ ਮਨਾ ਰਹੇ ਹਾਂ ਗਦਰ ਲਹਿਰ ਦਾ, ਅੱਜ ਤੱਕ ਕਦੇ ਖਿਆਲ ਨਹੀਂ ਆਇਆ ਕਿ ਇੱਥੇ ਜੋ ਹੋਇਆ ਕਿਹਨੇ ਲਿਖਣਾ ਸੀ? ਸਾਨੂੰ ਝਾਕ ਹੁੰਦੀ ਹੈ ਕਿ ਹੋਰ ਕੋਈ ਆਊ ਇਤਿਹਾਸ ਲਿਖੋ, ਕਿਉਂਕਿ ਸਾਨੂੰ ਆਪਣੇ ਰੁਝੇਵਿਆਂ 'ਚ ਬਿਜ਼ੀ ਹਾਂ। ਸਰੀ ਦੇ ਵਿੱਚ 92,000 ਲੋਕ ਵਸਦੇ ਨੇ ਪੰਜਾਬੀ। ਚਲੋ 92 ਬੰਦੇ ਬੈਠੇ ਨੇ ਅੱਜ ਕਾਨਫਰੰਸ 'ਚ, ਕਮਾਲ ਹੈ। ਖੈਰ, ਮੈਂ ਇੱਕ ਗੱਲ ਇਸ ਤਾਂ ਕਰਕੇ ਕਰ ਰਿਹਾ ਕਿਉਂਕਿ ਸਾਡੇ ਕੋਲ ਇਸ ਗੱਲ ਲਈ ਵਿਚਾਰਨ ਦੇ ਵਾਸਤੇ ਸਮਾਂ ਨਹੀਂ। ਦੂਸਰਾ ਹਵਾਲਾ ਸਵਾਮੀ ਵਿਵੇਕਾਨੰਦ ਸਤਿਕਾਰ ਹੈ, ਸ਼ਿਕਾਗੋ ਉਹਨਾਂ ਨੇ ਲੈਕਚਰ ਦਿੱਤਾ, ਬੜੀ ਅੱਛੀ ਗੱਲ ਹੈ। ਉਹਨਾਂ ਦਾ ਆਪਣਾ ਧਰਮ, ਅਕੀਦਾ ਬਹੁਤ ਅੱਛਾ। ਇਤਿਹਾਸਕਾਰਾਂ ਨੂੰ ਸੰਤ ਤੇਜਾ ਸਿੰਘ ਕਿਉਂ ਭੁੱਲ ਗਿਆ?
ਉਸ ਦੀ ਕੰਟਰੀਬਿਊਸ਼ਨ ਅੱਜ ਤੱਕ ਨਾ ਆਜ਼ਾਦੀ ਦੀ ਲਹਿਰ ਦੇ ਵਿੱਚ, ਨਾ ਗਦਰ ਦੇ ਵਿੱਚ, ਨਾ ਮਨੁੱਖੀ ਹੱਕਾਂ ਲਈ ਬਾਹਰਲੇ ਦੇਸ਼ਾਂ ਨੇ ਤਾਂ ਜ਼ਰੂਰ ਲਿਖਿਆ। ਅੱਜ ਉਹਨਾਂ ਦੇ ਪੇਪਰ ਕੱਢ ਕੇ ਨਾ ਉਹਨਾਂ ਹਵਾਲਿਆਂ ਨੂੰ ਪੇਸ਼ ਕਰਕੇ ਸਾਨੂੰ ਦੱਸਣਾ ਪੈਂਦਾ ਕਿ ਸੰਤ ਤੇਜਾ ਸਿੰਘ ਕੌਣ ਸੀ। ਸਾਡੇ ਕੋਲ ਕੁਛ ਨਹੀਂ। ਕੀ ਇਹ ਆਪਣੇ ਆਪ ਦੇ ਵਿੱਚ ਇੱਕ ਧੱਕੇਸ਼ਾਹੀ ਨਹੀਂ? ਪਰ ਇਸ ਦੇ ਬਾਰੇ ਗੱਲ ਕਿਹਨੇ ਕਰਨੀ ਸੀ? ਅਸੀਂ। ਪਰ ਨਹੀਂ, ਅਸੀਂ ਇਸ ਪਾਸੇ ਨਹੀਂ ਤੁਰੇ, ਕਿਉਂਕਿ ਹੋਰ ਸਾਡੇ ਰੁਝੇਵੇਂ ਜਾਂ ਇੱਕ ਅੰਮ੍ਰਿਤਾ ਪ੍ਰੀਤਮ ਦੀ ਗੱਲ ਹੈ, ਇਸ਼ਕ ਨੂੰ ਆਦਤ ਨਾ ਪਾਇਓ ਬੋਲਣ ਦੀ, ਅਜੇ ਤੱਕ ਲੋਕ ਕੰਨਾਂ ਨੂੰ ਸੁਣਨ ਦੀ ਜਾਂਚ ਨਹੀਂ ਆਈ। ਸਾਨੂੰ ਇਹ ਜਾਂਚ ਅਜੇ ਤੱਕ ਆਈ ਨਹੀਂ। 1907 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਦੇ ਹੋਣ ਦੇ ਵਿੱਚ ਆਉਣ ਤੋਂ ਬਾਅਦ ਜਿਸ ਤਰ੍ਹਾਂ ਦਾ ਸੰਘਰਸ਼ ਇੱਥੇ ਸ਼ੁਰੂ ਹੋਇਆ, ਉਸ ਨੇ ਕੈਨੇਡਾ ਦੇ ਵਿੱਚ ਪਹਿਲੀ ਸੁਸਾਇਟੀ ਤੇ ਉਸ ਤੋਂ ਬਾਅਦ ਮੀਡੀਆ ਨੂੰ ਜਨਮ ਦਿੱਤਾ ਕਿ ਇਹ ਆਵਾਜ਼ ਮੀਡੀਆ ਬੁਲੰਦ ਕਰੇ ਜਿਸ ਦਾ ਆਧਾਰ ਗੁਰਮਤਿ ਦੀ ਰੌਸ਼ਨੀ ਦੇ ਅਨੁਸਾਰ ਹੋਵੇ। ਉਸ ਵੇਲੇ ਦੇ ਜਿਹੜੀ ਇੱਕ ਘਟਨਾ ਹੋਰ ਬੜੀ ਮਹੱਤਵਪੂਰਨ ਹੈ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਮੈਂ ਇਸ ਪੇਪਰ ਦੇ ਵਿੱਚ ਜਿਹੜਾ ਤੁਹਾਡੇ ਕੋਲ ਹੈ ਉਹਨੂੰ ਦੁਹਰਾਵਾਂਗਾ ਨਹੀਂ, ਤੁਸੀਂ ਪੜ੍ਹ ਸਕਦੇ ਹੋ, ਕਿਉਂਕਿ ਪੰਜਾਬੀ ਦੇ ਗੁਰਮੁਖੀ ਸਕ੍ਰਿਪਟ ਦੇ ਵਿੱਚ ਪੋਸੀਬਲ ਨਹੀਂ ਸੀ। ਨਹੀਂ ਤਾਂ ਮੇਰਾ ਇਰਾਦਾ ਸੀ ਕੁਝ ਇੱਥੇ ਤੁਹਾਨੂੰ ਹੋਰ ਨਵੀਂ ਚੀਜ਼ ਜ਼ਰੂਰ ਸਾਂਝੀ ਕਰਦਾ। ਪਰ ਇੰਨਾ ਜ਼ਰੂਰ ਹੈ ਕਿ ਜਦੋਂ ਸੰਨ 1909 ਦੀ ਗੱਲ ਆਉਂਦੀ ਹੈ ਤਾਂ ਮਹਾਨ ਇੱਕ ਯੋਧੇ ਭਾਈ ਭਾਗ ਸਿੰਘ ਜੀ, ਭਾਈ ਭਾਗ ਸਿੰਘ ਦੇ ਬਾਰੇ ਸੰਤੋਖ ਸਿੰਘ ਧਰਦੇਵ ਕੀ ਕਹਿੰਦੇ ਨੇ? ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਕਿਹਾ ਕਿ ਭਾਗ ਸਿੰਘ ਕੇਵਲ ਦੀਵਾਨ ਦੇ ਪ੍ਰਧਾਨ ਹੀ ਨਹੀਂ ਸਨ, ਉਹ ਗਦਰ ਦੇ ਜਥੇਦਾਰ ਕਰਕੇ ਵੀ ਗਿਣੇ ਜਾਂਦੇ ਸਨ। ਸੰਤੋਖ ਸਿੰਘ ਧਰਦੇਵ ਇਹ ਹਵਾਲਾ ਦਿੰਦੇ, ਉਹਨਾਂ ਦਾ ਹਵਾਲਾ ਹੈ। ਉਹਨਾਂ ਨੇ ਤੇ ਨਾਲ ਉਹਨਾਂ ਦੇ ਗਰੀਬ ਸਿੰਘ ਜਦੋਂ ਇਕੱਠੇ ਹੋ ਕੇ 3 ਅਕਤੂਬਰ 1909 ਨੂੰ ਵੈਨਕੂਵਰ ਦੇ ਵਿੱਚ ਇਨਸਿਗਨੀਆਂ ਵਰਦੀਆਂ ਸਾੜੀਆਂ, ਗੁਲਾਮੀ ਦੀ ਸਹਿਨੀਅਤ ਨੂੰ ਉਤਾਰਿਆ। ਉਸ ਵੇਲੇ ਜੇ ਅਸਲ ਅਰਥਾਂ ਦੇ ਵਿੱਚ ਹਕੂਮਤ ਨੂੰ ਚੈਲੰਜ ਕਰਨ ਦੀ ਗੱਲਬਾਤ ਹੋਈ ਤਾਂ ਵੈਨਕੂਵਰ ਦੇ ਖਾਲਸਾ ਦੀਵਾਨ ਗੁਰਦੁਆਰੇ ਤੋਂ ਉਸ ਵੇਲੇ ਹੋਈ ਹੈ। ਉਸ ਤੋਂ ਬਾਅਦ 1910 ਅਖਬਾਰ ਸੁਦੇਸ਼ ਸੇਵਕ, ਜਿਸ ਦਾ ਇਤਿਹਾਸ ਬੜਾ ਲੰਮਾ, ਉਸ ਦੇ ਵੇਰਵਿਆਂ 'ਚ ਮੈਂ ਨਹੀਂ ਜਾਵਾਂਗਾ, ਪਰ ਜਿਹੜੀਆਂ ਲਿਖਤਾਂ ਸਨ ਉਹਦੇ ਵਿੱਚ ਇੱਕੋ ਗੱਲ ਸੀ ਕਿ ਸਾਨੂੰ ਆਜ਼ਾਦੀ ਦੇ ਵਾਸਤੇ ਹਲੂਣਾ ਦਿੱਤਾ ਜਾ ਰਿਹਾ ਹੈ। ਇੱਕ ਪਹਿਲਾਂ ਕਿਸੇ ਨੇ ਸਵਾਲ ਕੀਤਾ ਸੀ ਕਿ ਗਦਰ ਦੀ ਜਿਹੜੀ ਕਵਿਤਾ ਉਸ ਨੂੰ ਸੰਪਾਦਿਤ ਕਰਨ ਦੇ ਵਾਸਤੇ ਕੋਈ ਯਤਨ ਹੋਇਆ। ਇਹ ਕਿਤਾਬ ਹੈ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਪਬਲਿਸ਼ ਹੈ। ਇਸ ਦੇ ਵਿੱਚ ਗਿਆਨੀ ਕੇਸਰ ਸਿੰਘ ਨਾਵਲਿਸਟ, ਉਹਨਾਂ ਦੇ ਉਦਮ ਦੇ ਨਾਲ ਤੇ ਪ੍ਰੋਫੈਸਰ ਕੇਸਰ ਸਿੰਘ ਹੋਰਾਂ ਨੇ ਇਸ ਨੂੰ ਜਿਹੜਾ ਹੈ ਛਾਪਿਆ। ਜ਼ਿਕਰ ਪਹਿਲਾਂ ਵੀ ਹੋਇਆ ਕਿ ਉਸ ਅਖਬਾਰ ਦੇ ਉੱਪਰ ਜਿਵੇਂ ਗੁਰਬਾਣੀ ਦੀ ਸਤਰ, ਉਸ ਤੋਂ ਇਲਾਵਾ ਇੱਕ ਸ਼ੇਰ, मरना भला है उसका जो अपने लिए जिए, जीता है वो जो मर चुका है इंसान के लिए, ये लिखिया मिलता है। ਤੇ ਉਸ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਉਹ ਉਹੀ ਸੀ ਜਿਹੜੀਆਂ ਗੈਰਤ ਨੂੰ, ਆਜ਼ਾਦੀ ਨੂੰ ਬਕਾਇਦਾ ਤੌਰ ਤੇ ਸਥਾਪਿਤ ਕਰਨ ਲਈ ਪ੍ਰਤੀਬੱਧਤਾ ਸੀ। ਉਸ ਦੀ ਭਾਸ਼ਾ ਤੇ ਪ੍ਰਭਾਵ ਜਿਹੜਾ ਸੀ ਉਸ ਵੇਲੇ ਦਾ ਜਿਹੜਾ ਉਰਦੂ ਦਾ ਸੀ, ਪੰਜਾਬੀ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਸੀ। ਹਰਨਾਮ ਸਿੰਘ ਕਾਰੀ ਸਾਰੀ, ਗੁਰਾਦਿੱਤਾ ਕੁਮਾਰ, ਆਹ ਲਿਖਤ ਜਿਹੜੀ ਹੈ ਇਸ ਨੂੰ ਤੁਸੀਂ ਪੜ੍ਹ ਸਕਦੇ ਹੋ। ਉਸ ਵੇਲੇ ਹੈਂਡਰਾਈਟਿੰਗ ਹੱਥ ਲਿਖਤ ਸੀ ਅਖਬਾਰ, ਤੇ ਇਸ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਲਿਖਤਾਂ ਇਹੋ ਜਿਹੀਆਂ ਜਿਹੜੀਆਂ ਹਰਨਾਮ ਸਿੰਘ ਸਾਰੀ ਜਿਹੜਾ ਉਹਨਾਂ ਦਾ ਨਗਰ ਸੀ ਪੰਜਾਬ ਤੋਂ, ਉੱਥੋਂ ਸੰਬੰਧ ਸਨ। ਜੀ.ਡੀ. ਕੁਮਾਰ ਉਹਨਾਂ ਦੇ ਨਾਲ ਸਨ। ਇਹ ਉੱਦਮ ਬੜਾ ਸ਼ਾਨਦਾਰ ਹੋਇਆ ਤੇ ਇਸ ਦੇ ਵਿੱਚ ਬਾਰ-ਬਾਰ ਜਿਹੜਾ ਹੈ ਉਹ ਸਾਰੇ ਮੁੱਦੇ ਉਠਾਏ ਗਏ ਜਿਹੜੀ ਪ੍ਰੇਰਨਾ, ਇੱਕ ਅਸੀਂ ਖੁੱਲ੍ਹੇ ਤੌਰ ਤੇ ਕਹਿ ਸਕਦੇ ਹਾਂ ਫਰਾਖ ਦਿਲੀ ਨਾਲ। ਮੈਂ ਇੱਥੇ ਕੋਟ ਕਰਨਾ ਚਾਹਾਂਗਾ, ਇੱਥੇ ਸਰੀ ਦੇ ਵਿੱਚ ਇੱਕ ਕਿਤਾਬ ਰਿਲੀਜ਼ ਹੋਈ ਸੀ, ਬਾਬਾ ਭਗਵਾਨ ਸਿੰਘ ਦੁਸਾਂਝ ਨਗਰ ਦੇ ਜਿਹੜੇ ਹਨ ਉਹਨਾਂ ਨਾਲ ਸੰਬੰਧਿਤ ਕਿਤਾਬ, ਅਤੇ ਉਸ ਦੇ ਮੁੱਖ ਪੰਨੇ ਦੇ ਉੱਪਰ ਕੁਝ ਵਿਸ਼ੇਸ਼ ਜਾਣਕਾਰੀ ਹੈ। ਉਸ ਦੇ ਮੁੱਖ ਬੰਦ ਦੇ ਵਿੱਚ ਵਰਿਆਮ ਸਿੰਘ ਸੰਧੂ ਨੇ ਕੁਝ ਲਿਖਿਆ। ਉਸ ਦੀਆਂ ਕੁਝ ਸਤਰਾਂ
संघर्ष जीवन के संघर्ष बाबा भगवान सिंह दोसांझ उन्होंने लिखा कि जेकर गदर की प्रेरणा गुरबाणी ते सिख शहीदियां दे इतिहास तो लैके उन्हें लड़ाई लड़ी तो ये कुछ घटता नहीं। मन लो कोई हर्ज नहीं। कदे किसी गदरी ने यह नहीं कहा कि जिहड़ा होर धर्म वाला वो अपना धर्म थले रख के अकीदा हेठां सुट के साडे नाल चले। गल यही सी कि तुसी जिस जिस विश्वास तो दृढ़ रहो, पर इस सारे की प्रेरणा इत्थों मिली है। दूसरा हवाला गदर की कहानी गदरी बाबियां की जुबानी ये किताब दे विच है। इस किताब दे विच बकायदा तौर पर हरनाम सिंह टुंडी लाट होरां ने लिखिया है कि जदों गदर अखबार शुरू होया, जिस वेले असी सारे इकट्ठे होकर संघर्ष किया, उस समय तक कोई होर सिद्धांत दा साडी लहर नाल कोई लेना देना नहीं सी। हुणे गल बंदी जीवन दी हुई है। ਉਹਦਾ एक हवाला ਉਹਦੇ ਵਿੱਚੋਂ जिस दे विच सजिंदर नाथ सनियाल लिखते हैं, पन्ना उस दे 49 ते है कि हज़ारां सिख प्रदेशों च खिलरे हुए सन। हज़ारां रुपए का कार विहार उन्होंने छड्डिया, मात भूमि वाल तुर पे। अजिहा हौसला सिख बहादरां नूं अपने बजुर्गों के विरसे च मिलिया। बंदी जीवन का यह हवाला। एवसफोर्ड हैरीटेज गुरुद्वारा बैठे ने इत्थे एवसफोर्ड तो बड़े सुलझे व्यक्ति। गुरुद्वारे की जिहड़ी जमीन दे विच एक हिस्सा उस शख्स का भी है जिहड़ा इत्थों जाके शहीद होया। करम सिंह खुर्दपुर, बब्बर अकाली, बब्बर लहर दे बल्कि बब्बर शब्द उन्होंने जाके दिता। किशन सिंह गड़गज ते मास्टर मोता सिंह होरी सारिਆਂ ने जो बाद मिल के, क्योंकि उत्थे पहला इहदा नाम चक्रवर्ती दुआबा जां कुछ भी सी, पर यह बब्बर शब्द इत्थों गया। जिहड़ी बब्बर लहर का यह शब्द है वो कैनेडा के इन्हां गदरी योधियां ने जिहड़े दृढ़ सन उन्होंने दिता। ते जान लगे उन्होंने की किया कि मैं अपनी ये जमीन जायदाद सारी जिहड़ी है इस गुरुद्वारे के हवाले कर चलिया। वापस आ गया, दे दिओ, मैं भी बच्चे पाल लाँगा। शहीद हो गया तो इत्थे गुरुद्वारा सार दिओ। इहो जी एक नहीं अनेकां सन। ते सच है गुरुद्वारियां दी ये मूवमेंट जिहड़ा रोल है ना बड़ा वड्डा रहा। ते गदरी बाबियां दा भी बाबा शब्द इहदा मतलब ये नहीं सी कि वो सारे बजुर्गी की अवस्था सन, सत्कार का शब्द सी। अज तो बाबा शब्द की असी जखना वड्ड दित्ती है। बाबा शब्द का जो हाल किया होया ना, मैं कहना उन्हें गदरी बाबे भी सन एक, उन्होंने बाबियां नूं असीं किन्ना क याद करते हैं। तो अज के जिहड़े बाबे जो हाल कर रहे ने, सानू अपने इतिहास नूं भुलाउण दे वास्ते उन्हां तो कदे भी असीं ये पुछण की कोशिश की है कि इहो जिही सोच ते संकल्प नूं किड्डी वड्डी सट वज रही है? नहीं। जदों स्वदेश सेवक दे राही ये आवाज़ आज़ादी की उठाई गई, उस दे विच हरनाम सिंह हुरी जिथे अपने वालों इस दृढ़ता के नाल कि जिमें जिमें ये जंग अगे तुरदी है, लड़ाई लड़ी जाती है। गदर अखबार बाद दे विच आउंदा, उस तो पहला कैनेडा के ये अखबार जिहड़े हैं गदर मूवमेंट के, उन्होंने मैं जिक्र तां कर रहा। उस दे विच बकायदा कवितावां भी सन, लेख भी सन, लिखता सन। पत्रकारी केवल वार्तकी नहीं, कविता की पत्रकारी भी सी, क्योंकि गदर दे विचों जे कविता की पत्रकारी कढ़ दईए तो अधूरी जानकारी होएगी। क्योंकि वो कविता भी जिहड़ी सी वो भी एक चुनौती वाली, प्रेरणादायक, जानकारी भरपूर अते अगाह तुरन की जिहड़ी सोच सी। सो ये कुछ पन्ने सन। उस तो बाद संसार अखबार शुरू होता है। सच सब ना होए, दारू पाप कटे धोए। करतार सिंह, कई ज्ञानी करतार सिंह कहते, कई करतार सिंह हुंदर लिखते हैं। कई इन्हों के बारे अलग अलग ने। कई दोष जिस तरह पहला जिक्र चलिया, कोई उस वेले जिहड़े दो ग्रुप सन, एक ग्रुप सुंदर सिंह होरी, करतार सिंह, प्यारा सिंह लंगेरी, होर सारे सन। दूसरे पासे दूजे सन। चलता रहिंदा सी खास तौर पर ज्ञानी भगवान सिंह का जिहड़ा मुद्दा। पर एक गल मैं कहनी चाहांगा कि संसार अखबार दे विच ही जदों ज्ञानी भगवान सिंह नूं डिपोर्ट किया गया सी, जिन्नी जबरदस्त लिखत उस दे विच है, बकायदा पूरा फुल फ्लैज उसका आर्टिकल लिखा होया कि इस वेले शर्म होनी चाहिए, एक बंदे नूं जलील करके कढ़िया जा रहा, तुसीं की कर रहे हो।
पर उस वेले बेला जियान हॉपकिंसन ਜਾਂ ਇਹੋ ਜਿਹੇ ਗਰੁੱਪ ਸਨ ਜਿਹੜੇ ਇਸ ਲਈ ਦੁਫਾੜ ਕਰ ਰਹੇ ਸਨ, ਜਿੱਥੇ ਸੰਸਾਰ ਦੇ ਵਿੱਚ ਕੇਵਲ ਇਹ ਹੀ ਨਹੀਂ ਕਿ ਸਤਰ ਗੁਰਬਾਣੀ ਦੀ ਇੱਕ ਲਿਖੀ ਹੈ ਪੰਕਤੀ, ਇਸ ਤੋਂ ਇਲਾਵਾ ਇਹ ਵੀ ਸੀ ਕਿ ਬਾਰ-ਬਾਰ ਜਿਹੜੇ ਉਹਨਾਂ ਸਿਧਾਂਤਾਂ ਦੀ ਗੱਲ ਵੀ ਉਠਾਈ ਗਈ ਜਿਹੜੀ ਰਚਨਾ ਇਸ ਅਖਬਾਰ ਦੇ ਵਿੱਚ ਆਈ। ਉਸ ਤੋਂ ਬਾਅਦ ਇਸ ਦੀਆਂ ਕੁਝ ਕਾਪੀਆਂ ਜਿਹੜੀਆਂ ਹਨ ਇਹ ਉਸ ਵੇਲੇ ਇੱਕ ਹੋਰ ਵਿਵਾਦ ਚੱਲ ਰਿਹਾ ਸੀ, ਉਸ ਨੂੰ ਅੱਗੇ ਜਾ ਕੇ ਮੈਂ ਥੋੜ੍ਹਾ ਜਿਹਾ ਛੂਹਾਂਗਾ। ਤਾਰਕਨਾਥ ਸੈਨ ਰਹੀਮ ਹੋਰ ਸ਼ਖਸੀਅਤਾਂ ਸਨ ਜਿਨ੍ਹਾਂ ਦੇ ਬਾਰੇ ਵਿਦਵਾਨਾਂ ਨੇ ਕੀ ਕਿਹਾ, ਉਸ ਵੇਲੇ ਸਮਕਾਲੀਆਂ ਨੇ ਕੀ ਕਿਹਾ। ਸੋ ਉਸ ਤੋਂ ਬਾਅਦ ਜਿਹੜਾ ਸਮਾਂ ਆਉਂਦਾ ਹੈ ਗਦਰ ਦਾ, ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜੋ ਇਸ ਅਖਬਾਰ ਦੇ ਮੁੱਖ ਪੰਨੇ ਤੇ ਕਿਸ ਤਰੀਕੇ ਨਾਲ ਹੈ। ਬਹੁਤਾ ਇਸ ਦੇ ਵਿਸਤਾਰ 'ਚ ਨਾ ਜਾਵਾਂ, ਜੋ ਕੱਚਾ ਚਿੱਠਾ ਜਿਸ ਦੇ ਬਾਰੇ ਥੱਲੇ ਲਿਖਿਆ ਉੱਪਰ ਜੇ ਚਿੱਤ ਪ੍ਰੇਮ ਖੇਲਣ ਕਾ ਚਾਓ। ਹੁਣ ਦਰਅਸਲ ਇਹ ਲੋਕ ਮੁਹਾਵਰੇ ਦਾ ਰੂਪ ਗੁਰਬਾਣੀ ਨੂੰ ਦੇ ਕੇ ਪੇਸ਼ ਕਰਨਾ ਜਿੱਥੇ ਪਹਿਲਾ ਕਦਮ ਸੀ, ਉਸ ਦੀ ਕਿਤੇ ਵੀ ਇਹੋ ਜਿਹੀ ਉਸ ਦੇ ਵਿੱਚ ਤੰਗ ਨਜ਼ਰੀਏ ਦੀ ਸੋਚ ਨਹੀਂ ਸੀ। ਉਸ ਦੀ ਸੋਚ ਇੱਕੋ ਸੀ ਕਿ ਆਪਣੇ ਅੰਦਰ ਉਹ ਤਾਕਤ ਪੈਦਾ ਕਰੀਏ ਜਿਹੜੀ ਸਾਨੂੰ ਗੁਰਬਾਣੀ ਤੋਂ ਮਿਲ ਸਕਦੀ ਹੈ। ਤੇ ਮਾੜੀ ਚੀਜ਼ ਕੀ ਹੈ? ਬਾਹਰੋਂ ਤਾਂ ਅਸੀਂ ਲੈ ਲੈਂਦੇ ਹਾਂ, ਫਲਾਣੇ ਨੇ ਸਾਨੂੰ ਧਿਉਂਕੇ ਨੇ ਦੱਸਿਆ, ਉਹਨਾਂ ਨੇ ਦੱਸਿਆ, ਬਾਹਰੋਂ ਸੁਣ ਲੈਂਦੇ ਹਾਂ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ। ਜੇ ਕੋਈ ਘਰੋਂ ਕਹਿੰਦਾ ਵੀ ਗੁਰਬਾਣੀ ਤੋਂ ਵੀ ਪ੍ਰੇਰਨਾ ਮਿਲੀ ਹੈ, ਨਹੀਂ ਜੀ ਨਹੀਂ, ਬਾਹਰੋਂ ਮਿਲੀ ਹੈ। ਕਮਾਲ ਹੈ, ਅਸੀਂ ਕਿਸ ਦੁਨੀਆ 'ਚ ਰਹਿੰਦੇ ਹਾਂ। ਬਾਹਰੋਂ ਵੀ ਸਿੱਖੋ, ਫਲਸਫਾ ਦੁਨੀਆ ਦਾ ਸਾਰਾ ਲੈਣਾ ਬਣਦਾ ਹੈ, ਪਰ ਜੋ ਘਰੋਂ ਮਿਲਿਆ ਘਰ ਦਾ ਉਹ ਸਾਰਾ ਕੁਝ ਗ੍ਰਹਿਣ ਕਰਨ ਦੀ ਗੱਲ ਵੀ ਚੇਤੇ ਰੱਖੋ। ਅੱਜ ਪੀੜ੍ਹੀਆਂ ਨੂੰ ਅਸੀਂ ਤਾਂ ਕੁਝ ਦੱਸ ਸਕਾਂਗੇ ਜੇ ਅਸੀਂ ਆਪਣੇ ਇਤਿਹਾਸ ਨੂੰ ਸਹੀ ਅਰਥਾਂ 'ਚ ਸਮਝਾਂਗੇ। ਪਰ ਬਾਅਦ ਦੇ ਵਿੱਚ ਜੋ ਹੋਇਆ ਉਸ ਦੇ ਵੇਰਵੇ ਪਹਿਲਾਂ ਵੀ ਤੁਸੀਂ ਸੁਣ ਚੁੱਕੇ ਹੋ। 1915 ਦੇ ਵਿੱਚ ਵੀ ਇਹ ਇਸ ਤਰ੍ਹਾਂ ਦਾ ਰੂਪ ਸੀ ਅਖਬਾਰ ਦਾ। ਇਹ ਕਾਪੀ, ਇਹ ਵੀ ਇੱਕ ਜਿਹੜਾ ਮੁੱਖ ਪੰਨਾ ਉਸ ਦਾ ਲਾਇਆ, ਉੱਤੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਇਸ ਤਰ੍ਹਾਂ ਦਾ ਸੀ। ਥੱਲੇ ਇਹ ਲਾਈਨਾਂ ਜਿਹੜੀਆਂ ਕੁਝ ਇੱਕ ਹੋਰ ਵੱਖ-ਵੱਖ ਜੋੜੀਆਂ ਗਈਆਂ। ਅਪ੍ਰੈਲ 1925 ਕਦਰ ਕਦੋਂ ਤੱਕ ਨਿਕਲਦਾ ਰਿਹਾ ਉਸ ਦੇ ਬਾਰੇ ਵੀ ਵੱਖ-ਵੱਖ ਰਾਵਾਂ ਨੇ। ਪਰ ਅੱਜ ਦੀ ਇਸ ਕਾਨਫਰੰਸ ਦੇ ਵਿੱਚ ਤੁਸੀਂ ਇਹ ਜ਼ਰੂਰ ਦੇਖ ਸਕਦੇ ਹੋ ਕਿ ਇਸ ਦੀ ਜਿਹੜੀ ਕਾਪੀ ਆ ਸਨ 1935 ਦੀ ਕਾਪੀ ਹੈ, 34 ਦੀ, ਦਸੰਬਰ 1934 ਗਦਰ ਦੀ। ਹਿੰਦੁਸਤਾਨ ਗਦਰ ਦਾ ਨਾਮ ਜਿਸ ਤਰ੍ਹਾਂ ਬਦਲਿਆ ਗਿਆ 1934 ਦੇ ਵਿੱਚ ਜਿਹੜਾ ਇਹ ਸਟਿਲ ਚੱਲ ਰਿਹਾ ਸੀ। ਸੋ ਇੱਕ ਦੋ ਵਾਰੀ ਜਿਸ ਤਰ੍ਹਾਂ ਵਿੱਚ ਇਹ ਬੰਦ ਹੋਇਆ ਜਾਂ ਦੋ ਗਰੁੱਪ ਬਣੇ, ਆਮੋ ਸਾਹਮਣੇ ਆਏ। ਗਦਰ ਦੇ ਗੁਰਬਾਣੀ ਤੋਂ ਪ੍ਰੇਰਨਾ ਲੈ ਕੇ ਜਿਹੜੀ ਕਵਿਤਾ ਸੀ ਇਸ ਅਖਬਾਰ ਦੀ, ਉਸ ਦੇ ਮੈਂ ਹਵਾਲੇ ਇੱਕ ਦੋ ਦਿਆਂਗਾ। ਸ਼ਾਂਤਮਈ ਨੇ ਸਾਨੂੰ ਨਾਮਰਦ ਕੀਤਾ, ਹਰਕਤ ਖੂਨ ਦੇ ਵਿੱਚ ਲਿਆਈਏ ਰਲ ਕੇ, ਭੇਡਾਂ ਵਾਂਗ ਸਹਿਮੇ ਅਸੀਂ ਹੋਏ ਅੱਗੇ, ਜਿਵੇਂ ਹੱਕ ਦੇ ਉਹ ਤੁਰ ਜਾਈਏ ਰਲ ਕੇ, ਬੜੇ ਹੱਡ ਕੁਟਾਏ, ਬੜੇ ਹੱਡ ਕੁਟਾਏ ਇਸ ਸ਼ਾਂਤੀ ਨੇ। ਦਰਅਸਲ ਇਹ ਜ਼ਰੂਰ ਸੋਚਿਓ ਇੱਕ ਵਾਰ ਕਿ ਇਹ ਕਿੱਥੋਂ ਸਿੱਖਾਂ ਦੇ ਖੂਨ ਦੇ ਵਿੱਚ ਇਹ ਗੱਲ ਆ ਗਈ ਸੀ ਕਿ ਗੁਰਦੁਆਰਿਆਂ ਦੇ ਮੋਰਚੇ, ਬੀਟੀ ਦੀਆਂ ਡਾਂਗਾਂ, ਘੋੜਿਆਂ ਦੇ ਥੱਲੇ ਲਿਟ ਜਾਣਾ, ਕੁੱਟ-ਕੁੱਟ ਕੇ ਬੁਰਾ ਹਾਲ ਕਰ ਦੇਣਾ। ਪ੍ਰਿੰਸੀਪਲ ਤੇਜਾ ਸਿੰਘ ਨੂੰ ਪੜ੍ਹਿਓ। ਮੈਂ ਕਿਹਾ ਕਿ ਇਸ ਗੱਲ ਨੂੰ ਦੇਖ ਕੇ ਜਿਵੇਂ ਉਸ ਵੇਲੇ ਦਾਨਸ਼ਮੰਦ ਸਿੱਖ ਰੋਂਦੇ ਸਨ ਕਿ ਕੀ ਹੋ ਗਿਆ ਇਹਨਾਂ ਦੇ ਖੂਨ ਨੂੰ, ਕੀ ਹੋ ਗਿਆ, ਕਿਹੜੀ ਕੌਮ ਸੀ, ਕਿੱਧਰ ਚੱਲ ਪਈ। ਚਾਹੇ ਨਨਕਾਣਾ ਸਾਹਿਬ ਦੇ ਜਾਂ ਹੋਰ ਇਤਿਹਾਸਕ ਮੌਕਿਆਂ ਤੇ 2-2 4-4 ਲੁਟੇਰੇ ਬਦਮਾਸ਼ ਸਾਰਿਆਂ ਨੂੰ ਕਤਲ ਕਰ ਰਹੇ ਸਨ। ਇਹਨਾਂ ਨੂੰ ਸਬਕ ਪੜ੍ਹਾ ਦਿੱਤਾ। ਤੁਸੀਂ ਆਪਣੇ ਵੱਲੋਂ ਚੁੱਪੀ ਧਾਰਨ ਕਰ ਲਓ, ਸ਼ਾਂਤੀ ਦੀ ਲੜਾਈ ਹੈ। ਗੁਰਦੁਆਰਾ ਲੜਾਈ, ਨਤੀਜਾ ਹੋਇਆ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ। ਸਾਡਾ ਪ੍ਰਯੋਗਸ਼ਾਲਾ ਇਹ ਲੈਬੋਰਟਰੀ ਹੈ ਸਿੱਖ ਅਹਿੰਸਾ ਦਾ ਜਿਹੜਾ ਸਬਕ ਹੈ, ਇੱਥੇ ਇਹਨਾਂ ਦੇ ਲਾਗੂ ਕਰਦੇ ਆ, ਕਿਉਂਕਿ ਇਹੀ ਬੋਲਣ ਵਾਲੇ ਨੇ। ਇਹਨਾਂ ਦੀ ਜ਼ੁਬਾਨ ਵੱਢ ਦਿਓ, ਇਹਨਾਂ ਨੂੰ ਡਾਂਗਾਂ ਵੱਜਣ। ਇਹਨਾਂ ਦੀ ਲੜਾਈ ਕੀ ਸੀ ਗਦਰੀ ਬਾਬਿਆਂ ਦੀ ਉਸ ਵੇਲੇ ਦੀ, ਜਿਹੜੀ ਉਸ ਤਰ੍ਹਾਂ ਦੀ ਢਾਣੀ ਸੀ, ਉਸ ਦੇ ਨਾਲ ਇਹੀ ਲੜਾਈ ਸੀ ਕਿ ਤੁਹਾਡੇ ਖੂਨ ਦੇ ਵਿੱਚ ਇਹ ਗੱਲ ਆ ਕਿੱਥੋਂ ਗਈ। ਇਹ ਕੇਵਲ ਤੇ ਕੇਵਲ ਸਿੱਖ ਵਿਰਸੇ ਦੀ ਦਾਸਤਾਨ ਕਹੀ ਜਾ ਸਕਦੀ ਹੈ ਕਿ ਜਿਹੜਾ ਖੂਨ ਖੌਲਦਾ ਕਿਵੇਂ ਉੱਠਦੇ ਨੇ ਚੌਂਕਾਰ ਅਜ਼ਮਾਈਲ ਤੇ ਦਰਗੁਜਸ਼ਤ ਲਾਲਸਤ ਪੁਰਦਨ ਬਸ ਸ਼ਮਸ਼ੀਰ ਦਸਤ। ਇਹ ਹਲੂਣਾ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੇ ਵਿੱਚ ਜਿਹੜਾ ਹੈ
वो किसी होर दे विच नहीं। तो ये गल गदरियां ने समझी सी। बड़े हड कुटाए इस शांति ने, हुण अशांत हो जरा दिखलाइए रल के, पहुंचण वाले मंजिल आजादड़ी दे, सीधा गदर दा राह बताइए रल के। एक तो ये सी। दूसरा सी जात पात मनोवादी सोच, उच्चा नीवा, उसनूं खत्म करने लई छूत छात दा कोई ख्याल ना ही, सानू परख ना चूड़े चमार वाली। हिंदुस्तान सारे साडे हैन पाई, रीत रखनी नहीं मकार वाली। मकार वाली रीत जिहड़ी है ना पहले त्याग दित्ती सीगी। गदरी बाबियां दे विच ये रीत बिल्कुल नहीं सी। ते उस तो बाद जदों अनेकां कवितावां उन्हां दे विचों सिर्फ टूक मात्र मैं हवाला देना कि पंत ते अगे पुकार कविता पढ़ लियो, तकरीबन सारा चानना हो जाएगा। हरी सिंह वर्गे जरनैल सूरे, नेक दिल आजाद ख्याल सिंघो, फूला सिंह अकाली सी, वड सूरा नित रखदा ऊट अकाल सिंघो। जदों सिंह दलीप नूं कैद कीता गल होई सी, पिया मुल्क दे विच भुचाल सिंघो। ये सारा कुछ जिहड़ा प्रेरणा दे नाल नाल ये कहा भी तुसीं हुण उठदे क्यों नहीं। दूजी कविता मैनू भी पढ़ो, ये 1914 दे विच छपी। जेकर अज हुंदे दीप सिंह वर्गे मेहने ਸਿੰਘਾਂ ਨੂੰ ਵੱਜਦੇ ਮੋੜ ਕਾਨੂੰ, जेकर अज हुंदे मनी सिंह भाई हिंदुस्तान हुंदा भला चौड़ कानू। लोग आखदे सिंह ये बड़े भैड़े गदर। जदों तुसीं एक मैं इस दे विच कोट मात्र तुहाडे नाल गल जरूर करनी चाहांगा कि जिहड़ियां ये सारियां रचनावां एक बारी जरूर पढ़िओ। गदर की असल शताब्दी तो यह है कि एक बार खुद पढ़ो सारा कुछ, सारा लिटरेचर बच्चों को पढ़ाओ, तो उस तो बाद अंदाज़ा लाओ कि इस दे विच की है। समा इजाजत नहीं दिंदा, बहुत सारे होर पक्ष सन। फ्री हिंदुस्तान ये अखबार जिहड़ा 1908 दे विच जिथे ये अखबार निकलिया, इसका अपना इतिहास है। द हिंदुस्तानी, इसका अपना पूरा लंबा चौड़ा इतिहास है। उस समय के ये पब्लिकेशन सारियां सन। ये जिहड़ा जो गदर दे उस वेले वंडे जाते सन, गदर की गूंज के परचे, इस दे विच बहुत कुछ उस समय के हाकमां नूं चुनौती दी गई है। इंडिया एंड कैनेडा जिहड़ा बाद में चलिया, मैं सिर्फ एक दो इस दे पन्ने इत्थे जोड़े ने। ये बाद दे विच की होया जदों देश भगत सरदार भगत सिंह नूं फांसी का हुक्म होया, उस वेले किने की रोल अदा किया, ये सारे जिहड़े तत्थ वेरवे इन्हां नूं पढ़न की जरूरत है। वीर भगत सिंह की अपील प्रीवी कौंसल लंडन वालों जिस तरह रद्द हुई, कनेडा दे विच की रिएक्शन सी। अखीर दे विच एक तो गल ये है कि अज की जिहड़ी कॉन्फ्रेंस है, इस दे विच एक गल तुसीं नखेड़ के सामने लिआंदी है कि गदर लहर दे विच जिहड़े गुरु नानक नाम लेवा या गुरु गोबिंद सिंह के सपूत सन, उन्हां दा की रोल सी। पहली गल तां ये लहर पंजाब तो उठी, जिस तरह पंजाब नाल संबंधित सी वो सारे देश भगत। दूसरा कनेडा ते अमेरिका दे विच इस लहर ने जिहड़ा आज़ादी का बिगल बजाया। तीसरा ये सी कि इस दे विच बहुत गिणती जिहड़ी शहीदां दी सी वो परनाए हुए प्रेरित गुरबाणी तो, सिख इतिहास तो, ते नाल बाकियां दा सत्कार करते हुए, हर सिद्धांत का सत्कार करते हुए। चौथी गल ये है कि उन्होंने कदे भी तोड़ना नहीं चाहया, किसी को नीवा नहीं दिखाया। जे अज असीं दूसरे धर्मां नूं किसी को नीवा दिखाउण लई जां किसी को जलील करने की कोशिश करते, ये सोच गदरी बाबियां दी नहीं सी। जोरे सितम में कोई सानी नहीं तुम्हारा, जोरे सितम से लेकिन मुंह मोड़ना भी सीखो, फिर हम भी मान लेंगे तुम साहिबे हुनर हो। दिल तोड़ना तो सीखा, दिल जोड़ना भी सीखो। ये सोच अज असीं अपने अंदर सारिਆਂ ਦਾ सत्कार करके फैसला असीं करना है। अज असीं तां ये गल साबित कीती है कि गदर दे विच सिखां दी की भूमिका सी। सवाल ये है कि जिहड़ा सिख संस्थावां दे सरमौर साडे आगू ने, उन्हां नूं इस गल दा एहसास है। असीं वख-वख होर विचारधारावां वालियां नाल तां संवाद रचा रहे हैं। जे सचमुच गदर दे सब तो ज़्यादा आगू सिख सन, जे सचमुच कुर्बानी दे विच सिखां दी सब तो वड्डी शहादत सी, तां अज तक सिख अजायब घर दे विच गदरी बाबियां दीयां फोटोआं क्यों नहीं लवा सके सी? कि उत्थे किसी ने जाके दसना? असीं अज क्यों नहीं ये फैसला करते कि साडे जिहड़े प्रमुख स्थान ने, जे सचमुच वो सिख सन ते कुर्बानी दे मुजस्मे सन, तां उत्थे की गल? अज तक गदरी बाबियां दीयां फोटोआं भाग सिंह, बदन सिंह, मेवा सिंह,
ਅਨੇਕਾਂ ਹੋਰ ਉਹਨਾਂ ਦੀਆਂ ਕਦੇ ਕਿਸੇ ਨੇ ਜ਼ਿਕਰ ਕੀਤਾ। ਅਸੀਂ ਜਦੋਂ ਵਿਦੇਸ਼ਾਂ ਦੇ ਵਿੱਚ ਵੀ ਦੇਖਦੇ ਹਾਂ ਜਿਹੜੇ ਭਾਰਤੀ ਨੁਮਾਇੰਦਿਆਂ ਦੇ ਅਦਾਰੇ ਹੋਣ, ਉੱਥੇ ਵਾਈ ਨੋਟ ਕਿ ਇਹਨਾਂ ਗਦਰੀਆਂ ਦੀਆਂ ਤਸਵੀਰਾਂ ਲੱਗਣੀਆਂ ਚਾਹੀਦੀਆਂ, ਕਿਉਂਕਿ ਆਜ਼ਾਦੀ ਇਹਨਾਂ ਦੀ ਬਦੌਲਤ ਮਿਲੀ ਸੀ, ਇਹਨਾਂ ਦੀ ਕੁਰਬਾਨੀ ਸੀ। ਜੇਕਰ ਗਦਰ ਦੀ ਸ਼ਤਾਬਦੀ ਦੇ ਇਤਿਹਾਸ ਵਿੱਚ 100 ਸਾਲਾਂ ਵਿੱਚ ਅਸੀਂ ਆਪਣੇ ਉਸ ਸੁਨਹਿਰੀ ਪੰਨਿਆਂ ਨੂੰ ਮੁੜ ਸੁਰਜੀਤ ਕਰ ਸਕੀਏ ਤੇ ਉਹਨਾਂ ਤੋਂ ਸੇਧ ਲੈ ਸਕੀਏ, ਤਾਂ ਇਸ ਤੋਂ ਵੱਡੀ ਹੋਰ ਪ੍ਰਾਪਤੀ ਨਹੀਂ ਹੋਏਗੀ। ਹੋਈਆਂ ਗੁਸਤਾਖੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।